ਪਿਆਰੇ ਵਿਦਿਆਰਥੀਓ, ਪੰਜਾਬੀ ਵਿੱਚ ਅੱਜ ਅਸੀਂ ਅੱਖਰ ਅਤੇ ਵਰਣਮਾਲਾ ਦਾ ਗਿਆਨ ਹਾਸਿਲ ਕਰਾਂਗੇ। ਵਿਆਕਰਨ ਦੇ ਜਿਹੜੇ ਭਾਗ ਵਿੱਚੋਂ ਅੱਖਰਾਂ, ਵਰਨਾਂ ਜਾਂ ਲਗਾ ਮਾਤਰਾਵਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਉਸ ਨੂੰ ਵਰਨ ਜਾਂ ਅੱਖਰ ਬੋਧ ਆਖਦੇ ਹਨ। ਇਸ ਤੋਂ ਸਾਨੂੰ ਵਰਨਾਂ ਬਾਰੇ ਜਾਣਕਾਰੀ ਮਿਲਦੀ ਹੈ। ਵਰਨ ਕਿਹੜੇ ਹਨ? ਊੜਾ, ਐੜਾ, ਈੜੀ, ਸੱਸਾ, ਲੱਲੇ ਪੈਰ ਬਿੰਦੀ ਤੱਕ। ਬੱਚਿਓ, ਬੋਲੀ ਦੇ ਦੋ ਰੂਪ ਹੁੰਦੇ ਹਨ। ਇੱਕ ਜੋ ਅਸੀਂ ਬੋਲਦੇ ਹਾਂ, ਮੌਖਿਕ ਬੋਲੀ, ਅਤੇ ਇੱਕ ਜੋ ਅਸੀਂ ਲਿਖਦੇ ਹਾਂ, ਲਿਖਤੀ ਬੋਲੀ। ਆਮ ਬੋਲਚਾਲ ਦਾ ਰੂਪ ਅਤੇ ਲਿਖਤੀ ਰੂਪ। ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਸਭ ਤੋਂ ਪਹਿਲਾਂ ਵਰਨਾਂ ਜਾਂ ਅੱਖਰਾਂ ਦੀ ਲੋੜ ਪੈਂਦੀ ਹੈ। ਇਸ ਲਈ ਸਾਨੂੰ ਅੱਖਰਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਅੱਖਰ ਭਾਸ਼ਾ ਵਰਣ ਭਾਸ਼ਾ ਦੀ ਸਭ ਤੋਂ ਛੋਟੀ ਆਵਾਜ਼ ਹਨ। ਅੱਖਰਾਂ ਦੇ ਹੋਰ ਭਾਗ ਨਹੀਂ ਕੀਤੇ ਜਾ ਸਕਦੇ। ਅੱਖਰਾਂ ਨੂੰ ਮਿਲ ਕੇ ਹੀ ਸ਼ਬਦ ਬਣਦੇ ਹਨ। ਇਸ ਛੋਟੀ ਤੋਂ ਛੋਟੀ ਆਵਾਜ਼ ਨੂੰ ਚਿੰਨ੍ਹਾਂ ਦੀ ਸਹਾਇਤਾ ਨਾਲ ਪ੍ਰਗਟ ਕੀਤਾ ਜਾਂਦਾ ਹੈ ਅਤੇ ਇਹੀ ਚਿੰਨ੍ਹ ਵਰਨ ਅਖਵਾਉਂਦੇ ਹਨ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੇ ਵਰਨ ਵਰਤੇ ਜਾਂਦੇ ਹਨ? ਊੜਾ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ। ਇਸ ਦਾ ਉਚਾਰਨ ਤੁਸੀਂ ਕਰਨਾ ਹੈ ਊੜਾ, ਐੜਾ, ਈੜੀ, ਸੱਸਾ, ਹਾਹਾ, ਇਸ ਤਰ੍ਹਾਂ ਹੀ। ਪੰਜਾਬੀ ਭਾਸ਼ਾ ਨੂੰ ਲਿਖਣ ਲਈ 41 ਚਿੰਨ੍ਹ ਵਰਤੇ ਜਾਂਦੇ ਹਨ। ਪਹਿਲਾਂ ਇਹ 35 ਚਿੰਨ੍ਹ ਸਨ ਅਤੇ ਬਾਅਦ ਵਿੱਚ 6 ਹੋਰ ਨਵੇਂ ਚਿੰਨ੍ਹ ਇਸ ਵਿੱਚ ਸ਼ਾਮਿਲ ਕੀਤੇ ਗਏ। ਇਸੇ ਲਈ ਪਹਿਲਾਂ ਅਸੀਂ ਇਸ ਨੂੰ 35 ਅੱਖਰੀ ਹੀ ਕਹਿੰਦੇ ਸਾਂ। ਅਖੀਰ ਵਾਲੇ 6 ਅੱਖਰ ਦੂਸਰੀਆਂ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੂੰ ਲਿਖਣ ਲਈ ਬਹੁਤ ਜ਼ਰੂਰੀ ਹਨ। ਇਹਨਾਂ 6 ਅੱਖਰਾਂ ਨੂੰ ਨਵੀਨ ਵਰਗ ਦੇ ਅਧੀਨ ਰੱਖਿਆ ਗਿਆ ਹੈ। ਇਹ 6 ਅੱਖਰ ਪੈਰ ਵਿੱਚ ਬਿੰਦੀ ਲਗਾ ਕੇ ਲਿਖੇ ਜਾਂਦੇ ਹਨ ਅਤੇ ਬਿੰਦੀ ਲਗਾ ਕੇ ਹੀ ਬੋਲੇ ਜਾਂਦੇ ਹਨ। ਜਿਵੇਂ ਸੱਸੇ ਪੈਰ ਬਿੰਦੀ ਸ਼ੇਰ, ਖੱਖੇ ਪੈਰ ਬਿੰਦੀ ਖਰਗੋਸ਼, ਗੱਗੇ ਪੈਰ ਬਿੰਦੀ ਗੁਬਾਰਾ, ਜੀਜੇ ਪੈਰ ਬਿੰਦੀ ਜੰਜੀਰ, ਫੱਫੇ ਪੈਰ ਬਿੰਦੀ ਫਲ ਜਾਂ ਫਸਲ, ਲੱਲੇ ਪੈਰ ਬਿੰਦੀ ਤੋਂ ਜਾਲਾ, ਕਿਉਂਕਿ ਲੱਲੇ ਪੈਰ ਬਿੰਦੀ ਤੋਂ ਕੋਈ ਵੀ ਅੱਖਰ ਜੋ ਹੈ ਉਹ ਸ਼ਬਦ ਸ਼ੁਰੂ ਨਹੀਂ ਹੁੰਦਾ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਇਹ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਬਹੁਤ ਹੀ ਢੁਕਵੀਂ ਹੈ। ਇਸ ਲਿਪੀ ਦੇ ਅਧੀਨ ਸਾਰੇ 41 ਅੱਖਰ, 10 ਵਰਨ ਮਾਤਰਾਵਾਂ ਅਤੇ 3 ਲਗਾਖਰ ਆਉਂਦੇ ਹਨ। ਇਹਨਾਂ ਸਾਰਿਆਂ ਦੇ ਹੀ ਸੁਮੇਲ ਨੂੰ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ ਅਤੇ ਪੰਜਾਬੀ ਭਾਸ਼ਾ ਹੀ ਇਹਨਾਂ ਦੇ ਸੁਮੇਲ ਤੋਂ ਲਿਖੀ ਜਾਂਦੀ ਹੈ। ਗੁਰਮੁਖੀ ਲਿਪੀ ਦੇ ਸਾਰੇ ਅੱਖਰ ਜਾਂ ਵਰਨ ਜਦੋਂ ਨਿਸ਼ਚਿਤ ਰੂਪ ਵਿੱਚ ਜਾਂ ਨਿਸ਼ਚਿਤ ਕ੍ਰਮ ਵਿੱਚ ਅਸੀਂ ਲਿਖਦੇ ਹਾਂ ਤਾਂ ਉਸਨੂੰ ਵਰਣਮਾਲਾ ਕਹਿੰਦੇ ਹਾਂ। ਜਾਂ ਜਦੋਂ ਅੱਖਰ ਜਾਂ ਵਰਨ ਇੱਕ ਨਿਸ਼ਚਿਤ ਤਰਤੀਬ ਵਿੱਚ ਕ੍ਰਮ ਅਨੁਸਾਰ ਲਿਖੇ ਜਾਂਦੇ ਹਨ ਤਾਂ ਉਸਨੂੰ ਵਰਣਮਾਲਾ ਕਿਹਾ ਜਾਂਦਾ ਹੈ। ਗੁਰਮੁਖੀ ਵਰਣਮਾਲਾ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਮੁੱਖ ਵਰਗ ਹੈ ਊੜਾ, ਐੜਾ, ਈੜੀ, ਸੱਸਾ, ਹਾਹਾ, ਕਿਉਂਕਿ ਇੱਥੋਂ ਹੀ ਵਰਣਮਾਲਾ ਸਾਡੀ ਜੋ ਹੈ ਉਹ ਸਟਾਰਟ ਹੁੰਦੀ ਹੈ। ਇਸ ਨੂੰ ਮੁੱਖ ਵਰਗ ਕਿਹਾ ਗਿਆ ਹੈ। ਕੱਕੇ ਵਾਰੀ ਸਤਰ ਨੂੰ ਕਵਰਗ, ਚਵਰਗ, ਟਵਰਗ, ਤਵਰਗ, ਪਵਰਗ ਅਤੇ ਯਈਏ ਵਾਲੇ ਨੂੰ ਯਈਆ, ਰਾਰਾ, ਲੱਲਾ, ਵਾਵਾ, ਡਾਰਾ ਨੂੰ ਅੰਤਮ ਵਰਗ, ਕਿਉਂਕਿ ਇਹ ਸਭ ਤੋਂ ਲਾਸਟ ਵਿੱਚ ਸੀ, ਅੰਤ ਵਿੱਚ ਸੀ, ਇਸ ਨੂੰ ਅੰਤਮ ਵਰਗ ਕਿਹਾ ਗਿਆ ਸੀ। ਪਰ ਉਸ ਤੋਂ ਬਾਅਦ ਫਿਰ ਅਸੀਂ ਬਿੰਦੀ ਵਾਲੇ ਸ਼ਬਦ ਜੋ ਹੈ ਉਹ ਇਸ ਵਿੱਚ ਸ਼ਾਮਿਲ ਕੀਤੇ। ਉਹਨਾਂ ਨੂੰ ਫਿਰ ਅਸੀਂ ਨਵੀਨ ਵਰਗ ਵਿੱਚ ਦੇ ਸਿਰਲੇਖ ਹੇਠ ਲਿਆਂਦਾ, ਕਿਉਂਕਿ ਅੰਤਮ ਵਰਗ ਸਾਡਾ ਯਈਏ ਵਾਲਾ ਸੀ। ਇਸ ਤੋਂ ਬਾਅਦ ਫਿਰ ਇਹਨਾਂ ਨੂੰ ਨਵੀਨ ਵਰਗ ਦੇ ਸਿਰਲੇਖ ਹੇਠ ਲਿਆ। ਇਹਨਾਂ ਦੇ ਪੈਰਾਂ ਵਿੱਚ ਜਦੋਂ ਸੱਸਾ ਪੈਰ ਬਿੰਦੀ, ਖੱਖੇ ਪੈਰ ਬਿੰਦੀ ਦੇ ਪੈਰਾਂ ਵਿੱਚ ਬਿੰਦੀ ਲਗਾਈ ਜਾਂਦੀ ਹੈ ਤਾਂ ਉਹ ਦੂਜੀਆਂ ਬੋਲੀਆਂ ਦੇ ਸ਼ਬਦਾਂ ਨੂੰ ਮੂਲ ਰੂਪ ਵਿੱਚ ਲਿਖਣ ਲਈ ਵਰਤੇ ਜਾਂਦੇ ਹਨ। ਇਹ ਉਹਨਾਂ ਦੀ ਤਾਲਵੀ ਆਵਾਜ਼ ਨੂੰ ਪ੍ਰਗਟ ਕਰਨ ਵਾਸਤੇ ਲੱਲੇ ਪੈਰ ਬਿੰਦੀ ਦੇ ਅੱਖਰ ਵਿੱਚ ਬਿੰਦੀ ਲਗਾਈ ਹੈ, ਲੱਲੇ ਦੇ ਪੈਰ ਵਿੱਚ ਬਿੰਦੀ ਲਗਾਈ ਹੈ ਤਾਂ ਕਿ ਗੁਰਮੁਖੀ ਵਿੱਚ ਤਾਲਵੀ ਆਵਾਜ਼ ਨੂੰ ਪ੍ਰਗਟ ਕੀਤਾ ਜਾ ਸਕੇ। ਪੰਜਾਬੀ ਵਿਆਕਰਨ ਵਿੱਚ ਅੱਖਰਾਂ ਦੀਆਂ 4 ਕਿਸਮਾਂ ਹਨ: ਸਵਰ ਅੱਖਰ, ਵਿਅੰਜਨ ਅੱਖਰ, ਨਾਸਕੀ ਅੱਖਰ ਅਤੇ ਦੁੱਤ ਅੱਖਰ। ਸਵਰ ਕਿਹੜੇ ਹੁੰਦੇ ਹਨ? ਜੋ ਅੱਖਰ ਹੋਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਣ, ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ। ਜਿਵੇਂ ਊੜਾ, ਐੜਾ, ਈੜੀ,
ਇਹ 3 ਅਜਿਹੇ ਅੱਖਰ ਹਨ ਜੋ ਦੂਸਰਿਆਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਦੇ ਹਨ। ਊੜਾ, ਇਹ ਸਿਰਫ ਆਪਣੀ ਹੀ ਆਵਾਜ਼ ਦਿੰਦਾ ਹੈ। ਐੜਾ, ਈੜੀ। ਵਿਅੰਜਨ ਅੱਖਰ, ਵਿਅੰਜਨ ਉਹ ਅੱਖਰ ਹਨ ਜੋ ਸਵਰਾਂ ਦੀ ਮਦਦ ਨਾਲ ਬੋਲੇ ਜਾਂਦੇ ਹਨ। ਇਹਨਾਂ ਵਿੱਚ ਸਵਰਾਂ ਦੀ ਆਵਾਜ਼ ਵੀ ਸ਼ਾਮਿਲ ਹੁੰਦੀ ਹੈ। ਜਿਵੇਂ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਹੀ ਅੱਖਰ ਵਿਅੰਜਨ ਹਨ। ਊੜਾ, ਐੜਾ, ਈੜੀ 3 ਸਵਰ ਹਨ ਅਤੇ ਬਾਕੀ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਹੀ ਵਿਅੰਜਨ ਹਨ। ਨਵੀਨ ਵਰਗ ਦੇ 6 ਅੱਖਰ, ਇਹ ਵੀ ਵਿਅੰਜਨ ਹੀ ਹਨ। ਅਨੁਨਾਸਕ ਅੱਖਰ, ਜਿਨ੍ਹਾਂ ਅੱਖਰਾਂ ਨੂੰ ਬੋਲਣ ਵੇਲੇ ਆਵਾਜ਼ ਨੱਕ ਰਾਹੀਂ ਆਉਂਦੀ ਹੈ ਉਹਨਾਂ ਨੂੰ ਅਨੁਨਾਸਕ ਜਾਂ ਨਾਸਕ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਦੇ ਵਿਅੰਜਨ ਅੱਖਰਾਂ ਵਿੱਚੋਂ ঙ, ਞ, ਣ, ਨ, ਮ, ਇਹ 5 ਨਾਸਕੀ ਅੱਖਰ ਹਨ। ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਆਵਾਜ਼ ਸਾਡੇ ਨੱਕ ਵਿੱਚੋਂ ਦੀ ਆਉਂਦੀ ਹੈ। ঙ, ਞ, ਣ, ਨ, ਮ। ਤੁਸੀਂ ਵੀ ਇਸ ਨੂੰ ਉਚਾਰ ਕੇ ਦੇਖੋ, ਆਵਾਜ਼ ਨੱਕ ਥਾਂ ਨਹੀਂ ਆਉਂਦੀ ਹੈ। ਦੁੱਤ ਅੱਖਰ, ਜੋ ਅੱਖਰ ਦੂਸਰੇ ਅੱਖਰਾਂ ਦੇ ਪੈਰ ਵਿੱਚ ਲਗਾਏ ਜਾਂਦੇ ਹਨ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਕੁੱਲ 3 ਦੁੱਤ ਅੱਖਰ ਹਨ ਜਿਨ੍ਹਾਂ ਨੂੰ ਦੂਸਰਿਆਂ ਦੇ ਪੈਰਾਂ ਵਿੱਚ ਲਿਖਿਆ ਜਾਂਦਾ ਹੈ, ਜਿਵੇਂ ਕਿ ਹਾਹਾ, ਰਾਰਾ ਅਤੇ ਵਾਵਾ। ਪੜ੍ਹਾਈ, ਜਦੋਂ ਅਸੀਂ ਪੜ੍ਹਾਈ ਲਿਖਦੇ ਹਾਂ ਤਾਂ ਡਾਢੇ ਦੇ ਪੈਰ ਵਿੱਚ ਹਾਹਾ ਪਾਉਂਦੇ ਹਾਂ। ਪੜ੍ਹਾਈ ਦੀ ਹੀ ਹਾਹੇ ਦੀ ਹਲਕੀ ਜਿਹੀ ਆਵਾਜ਼ ਨੂੰ ਪ੍ਰਗਟ ਕਰਦਾ ਹੈ ਤਾਂ ਉਹਦੇ ਪੈਰ ਵਿੱਚ ਪਾਇਆ ਜਾਂਦਾ ਹੈ। ਚੜ੍ਹਾਈ, ਜੜ, ਜੜ। ਪ੍ਰਕਾਸ਼, ਪ੍ਰਚਾਰ, ਪ੍ਰੋਫੈਸਰ, ਇਸ ਵਿੱਚ ਅਸੀਂ ਜੋ ਰਾਰਾ ਹੈ ਉਹ ਦੂਸਰੇ ਦੇ ਪੈਰ ਵਿੱਚ ਪਾਉਂਦੇ ਹਾਂ। ਇਹ ਸਾਡੇ ਦੁੱਤ ਅੱਖਰ ਹਨ। ਇਹਨਾਂ ਤੋਂ ਇਲਾਵਾ ਵਾਵਾ, ਵਾਵਾ ਸਾਡੇ ਕੋਲ ਜੋ ਹੈ ਉਹ ਦੁੱਤ ਅੱਖਰ ਹੈ, ਪਰ ਅੱਜ ਕੱਲ੍ਹ ਹੁਣ ਵਾਵੇ ਦੀ ਵਰਤੋਂ ਖਤਮ ਹੁੰਦੀ ਜਾ ਰਹੀ ਹੈ। ਅੱਧਾ ਵਾਵਾ ਲਿਖਣ ਦੀ ਥਾਂ ਹੁਣ ਪੂਰਾ ਵਾਵਾ ਲਿਖਿਆ ਜਾਣ ਲੱਗ ਪਿਆ ਹੈ। ਸੋ ਸਾਡੇ ਕੋਲ 3 ਦੁੱਤ ਅੱਖਰ ਹਨ, ਹਾਹਾ, ਰਾਰਾ ਅਤੇ ਵਾਵਾ। ਸੋ ਪਿਆਰੇ ਵਿਦਿਆਰਥੀਓ, ਮੈਂ ਆਸ ਕਰਦੀ ਹਾਂ ਕਿ ਤੁਸੀਂ ਅੱਜ ਅੱਖਰ ਬੋਧ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲਈ ਹੈ। ਹੁਣ ਤੁਸੀਂ ਆਪਣੀ ਵਰਕਸ਼ੀਟ ਹੱਲ ਕਰ ਸਕਦੇ ਹੋ। ਧੰਨਵਾਦ।